2022 ਦੇ ਵਿੱਚ ਸੀਐਮ ਚਿਹਰਾ ਕਿਹੜਾ ਹੋ ਸਕਦਾ ਜਾਂ ਕਿਹੜਾ ਲੀਡ ਕਰੇਗਾ, ਪਰ ਇੰਨਾ ਜ਼ਰੂਰ ਹੈ ਕਿ ਇੰਨੀ ਸਹਿਮਤੀ ਜ਼ਰੂਰ ਬਣੀ ਹੈ ਕਿ ਪਹਿਲਾਂ ਰਲ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਰਨਰ ਕਰੋ, ਉਸ ਤੋਂ ਬਾਅਦ ਆਪਣਾ ਫੈਸਲਾ ਸੀ ਬਾਅਦ ਦੇ ਵਿੱਚ ਕਰਾਂਗੇ। ਆਫ ਰਿਕਾਰਡ ਖਬਰਾਂ ਇਹ ਵੀ ਨਿਕਲ ਰਹੀਆਂ ਨੇ ਕਿ ਇਹ ਬਾਗੀ ਵਿਧਾਇਕ ਆਪਣੀ ਗਿਣਤੀ 40 ਦੱਸ ਰਹੇ ਨੇ। ਚਰਚਾ ਇਹ ਪੰਜਾਬ ਦੇ ਵਿੱਚ ਹੋ ਰਹੀ ਹੈ ਕਿ ਚਰਨਜੀਤ ਚੰਨੀ ਡਿਪਟੀ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ। ਜਿਸ ਸਮੇਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਜਿੰਦਰ ਕੌਰ ਪੱਠਲ ਦੀ ਖੁੱਲੀ ਜੰਗ ਹੋਇਆ ਕਰਦੀ ਸੀ, ਡਾਕਟਰ ਰਾਜਕੁਮਾਰ ਵੇਰਕਾ ਉਸ ਸਮੇਂ ਰਜਿੰਦਰ ਕੌਰ ਪੱਠਲ ਦੇ ਖਾਸਮ ਖਾਸ ਮੰਨੇ ਜਾਂਦੇ ਸੀ। ਕਿ ਹਰੀਸ਼ ਰਾਵਤ ਨੇ ਜਿਹੜੀ ਪੰਜਾਬ ਤੋਂ ਦੂਰੀ ਬਣਾਈ, ਉਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਇਸ ਸਾਰੇ ਵਿਵਾਦ ਦੀ ਸਕ੍ਰਿਪਟ ਪਾਰਟੀ ਹਾਈ ਕਮਾਂਡ ਨੇ ਤੇ ਨਹੀਂ ਲਿਖੀ। ਜੇਕਰ ਕੋਈ ਫੈਸਲਾ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਲਿਆ ਜਾਂਦਾ ਹੈ ਤਾਂ ਕਾਂਗਰਸ ਚੰਗੀ ਤਰ੍ਹਾਂ ਜਾਣਦੀ ਹੈ ਕਿ ਬੀਜੇਪੀ ਕੈਪਟਨ ਅਮਰਿੰਦਰ ਸਿੰਘ ਦੇ ਲਈ ਉਸੇ ਸਮੇਂ ਰੈੱਡ ਕਾਰਪੇਟ ਵਿਛਾਉਣ ਨੂੰ ਤਿਆਰ ਹੋ ਜਾਏਗੀ। ਕਹਿੰਦੇ ਨੇ ਸਿਆਸਤ ਦੇ ਵਿੱਚ ਸਿਰ ਗਿਣੇ ਜਾਂਦੇ ਨੇ, ਗਿਣਤੀ ਮੈਟਰ ਕਰਦੀ ਹੈ। ਕਿਸੇ ਪਾਰਟੀ ਦੇ ਕੋਲ ਕਿੰਨੇ ਐਮਐਲਏ ਨੇ, ਕਿੰਨੇ ਐਮਪੀ ਨੇ, ਕਿੰਨੇ ਮਿਊਨਿਸਪਲ ਕਾਉਂਸਲਰ ਨੇ। ਜੇਕਰ ਸਿਆਸਤ ਦੇ ਵਿੱਚ ਗਿਣਤੀ ਮੈਟਰ ਕਰਦੀ ਹੈ ਤੇ ਪੰਜਾਬ ਦੇ ਵਿੱਚ ਗਿਣਤੀ ਦੇ ਵਿੱਚ ਸਭ ਤੋਂ ਵੱਧ ਦਲਿਤ ਭਾਈਚਾਰਾ ਹੈ, ਤੇ ਗਿਣਤੀ ਵੱਧ ਹੋਣ ਦੇ ਨਾਲ ਕਿਉਂ ਦਲਿਤ ਪੰਜਾਬ ਦੀ ਰਾਜਨੀਤੀ ਤੇ ਹਾਵੀ ਨਹੀਂ ਹੋ ਸਕੇ? ਪੰਜਾਬ ਦੇ ਵਿੱਚ ਕਿਉਂ ਦਲਿਤ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਨਹੀਂ ਬਣਦੇ? ਇਹ ਸਵਾਲ ਸਿਆਸਤ ਦੇ ਵਿੱਚ ਕਈ ਵਾਰ ਕੀਤਾ ਜਾਂਦਾ ਹੈ ਤੇ ਇਸ ਦਾ ਜਵਾਬ ਵੱਖ-ਵੱਖ ਵਿਸ਼ਲੇਸ਼ਕ ਆਪੋ ਆਪਣੇ ਵਿਸ਼ਲੇਸ਼ਣ ਦੇ ਅਨੁਸਾਰ ਦਿੰਦੇ ਨੇ। ਪਰ ਸਵਾਲ ਇਹ ਜ਼ਰੂਰ ਉੱਠਦਾ ਹੈ ਬਾਰ-ਬਾਰ ਕਿ ਪੰਜਾਬ ਇੱਕ ਜਗੀਰੂ ਮਾਨਸਿਕਤਾ ਵਾਲਾ ਸੂਬਾ ਹੈ ਕਿ ਪੰਜਾਬ ਇੱਕ ਫਿਊਡਲ ਸਟੇਟ ਹੈ। ਕਾਂਗਰਸ ਅੰਦਰ ਦਲਿਤ ਲੀਡਰਾਂ ਦੀ ਹੋ ਰਹੀ ਇਹ ਗੋਲਬੰਦੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵੱਲੋਂ ਪੰਜਾਬ ਨੂੰ ਦਲਿਤ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਐਲਾਨੇ ਜਾਣ ਦਾ ਨਤੀਜਾ ਹੈ, ਜਾਂ ਵਾਕਿਆ ਹੀ ਪੰਜਾਬ ਵਿੱਚ ਦਲਿਤਾਂ ਨੂੰ ਉਹਨਾਂ ਦੀ ਬਣਦੀ ਸਿਆਸੀ ਨੁਮਾਇੰਦਗੀ ਨਹੀਂ ਦਿੱਤੀ ਗਈ। ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਤੇ ਮੈਂ ਹਾਂ ਪਮਿਲ ਪਾਟਿਆ। ਦਰਅਸਲ ਸਭ ਤੋਂ ਵੱਧ ਇਹਨਾਂ ਦਿਨਾਂ ਦੇ ਵਿੱਚ ਚਰਚਾ ਹੋ ਰਹੀ ਹੈ ਕਾਂਗਰਸ ਦੇ ਦਲਿਤ ਐਮਐਲਏਜ਼ ਦੀ ਮੀਟਿੰਗ ਨੂੰ ਲੈ ਕੇ। ਕੱਲ ਇੱਕ ਮੀਟਿੰਗ ਹੋਈ ਚਰਨਜੀਤ ਚੰਨੀ ਦੇ ਘਰ ਔਰ ਅੱਜ ਦੂਸਰੀ ਮੀਟਿੰਗ ਡਾਕਟਰ ਰਾਜਕੁਮਾਰ ਵੇਰਕਾ ਦੇ ਘਰ। ਕੱਲ ਦੀ ਮੀਟਿੰਗ ਦਾ ਏਜੰਡਾ ਮੁੱਖ ਤੌਰ ਤੇ ਇਹ ਰੱਖਿਆ ਗਿਆ ਕਿ ਪੰਜਾਬ ਦੇ ਵਿੱਚ ਦਲਿਤ ਐਮਐਲਏ ਕਨਸਟੀਟਿਊਸ਼ਨ ਦੀ 85ਵੀਂ ਅਮੈਂਡਮੈਂਟ ਨੂੰ ਲਾਗੂ ਕਰਵਾਉਣਾ ਚਾਹੁੰਦੇ ਨੇ, ਜਿਸ ਦੇ ਕਰਕੇ ਦਲਿਤਾਂ ਨੂੰ ਪ੍ਰਮੋਸ਼ਨ ਦੇ ਵਿੱਚ ਵੀ ਰਿਜ਼ਰਵੇਸ਼ਨ ਦਿੱਤੀ ਜਾਵੇ, ਜਿਨ੍ਹਾਂ ਦੀ ਭਰਤੀ ਰਿਜ਼ਰਵੇਸ਼ਨ ਦੇ ਆਧਾਰ ਤੇ ਹੋਈ ਹੈ। ਠੇਕਾ 4 ਦੇ ਦਰਜਾ 4 ਦੇ ਜਿਹੜੇ ਮੁਲਾਜ਼ਮਾਂ ਦੀ ਭਰਤੀ ਹੁੰਦੀ ਹੈ, ਉਹਨਾਂ ਦੇ ਵਿੱਚ ਸਰਕਾਰ ਆਊਟਸੋਰਸ ਕਰਕੇ ਮੁਲਾਜ਼ਮਾਂ ਨੂੰ ਨਾ ਰੱਖੇ, ਕਿਉਂਕਿ ਕਲਾਸ 4 ਦੀਆਂ ਨੌਕਰੀਆਂ ਤੇ ਸਿਰਫ ਦਲਿਤ ਭਾਈਚਾਰੇ ਦੇ ਲੋਕ ਹੀ ਕੰਮ ਕਰਦੇ ਨੇ। ਇਹ ਸਿੱਧੇ ਤੌਰ ਤੇ ਉਹਨਾਂ ਦੇ ਹੱਕਾਂ ਤੇ ਡਾਕਾ ਹੈ। ਇਸ ਤਰ੍ਹਾਂ ਦੇ ਮੁੱਦੇ ਕੱਲ ਦੀ ਮੀਟਿੰਗ ਦੇ ਵਿੱਚ ਦੱਸਿਆ ਗਿਆ ਕਿ ਇਹਨਾਂ ਮੁੱਦਿਆਂ ਤੇ ਵਿਚਾਰ ਹੋਇਆ ਹੈ। ਪਰ ਗੱਲ ਇਹਦੇ ਵਿੱਚੋਂ ਇਹ ਵੀ ਨਿਕਲ ਕੇ ਆਈ ਕਿ ਕੱਲ ਦੀ ਮੀਟਿੰਗ ਦੇ ਬਾਅਦ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਗਈ, ਜਿਸ ਦੇ ਵਿੱਚ ਸਾਰੇ ਐਮਐਲਏਜ਼ ਨੇ ਸਾਈਨ ਕੀਤੇ ਤੇ ਮੁੱਖ ਮੰਤਰੀ ਨੂੰ ਮਿਲਣ ਦੇ ਲਈ ਸਮਾਂ ਮੰਗਿਆ ਗਿਆ। ਪਰ ਜੇ ਕੱਲ ਮੁੱਖ ਮੰਤਰੀ ਕੋ ਸਮਾਂ ਮੰਗਿਆ ਗਿਆ ਸੀਗਾ ਤੇ ਅੱਜ ਡਾਕਟਰ ਰਾਜਕੁਮਾਰ ਵੇਰਕਾ ਨੇ ਦੂਸਰੀ ਮੀਟਿੰਗ ਕਿਉਂ ਕੀਤੀ? ਦਰਅਸਲ ਸਿਆਸੀ ਪੰਡਤ ਇਹ ਵੀ ਕਹਿੰਦੇ ਨੇ ਕਿ ਪਿਛਲੇ 4.5 ਸਾਲ ਤੋਂ ਜਿਹੜੇ ਮੰਤਰੀਆਂ ਨੇ, ਜਿਹੜੇ ਐਮਐਲਏਜ਼ ਨੇ ਮੰਤਰੀ ਬਣ ਕੇ ਸੱਤਾ ਦਾ ਸੁੱਖ ਭੋਗਿਆ, ਉਹ ਹੁਣ 6 ਮਹੀਨੇ ਪਹਿਲਾਂ ਸਰਕਾਰ ਤੋਂ ਦਲਿਤਾਂ ਦੇ ਕਿਹੜੇ ਮੁੱਦੇ ਹੱਲ ਕਰਾਉਣਾ ਚਾਹੁੰਦੇ ਨੇ? ਕਿ ਇੰਨਾ ਸਮਾਂ ਪਿੱਛੇ ਬਚਿਆ ਹੈ ਕਿ ਸਰਕਾਰ ਦਲਿਤਾਂ ਦੇ ਪੱਖ ਦੇ ਵਿੱਚ ਨਵੇਂ ਫੈਸਲੇ ਲਵੇ ਤੇ ਉਹ ਲਾਗੂ ਹੋ ਪਾਣ, ਕਿਉਂਕਿ 6 ਮਹੀਨੇ ਬਾਅਦ ਚੋਣਾਂ ਨੇ ਤੇ ਉਸ ਤੋਂ 2 ਮਹੀਨੇ ਪਹਿਲਾਂ ਹੀ ਕੋਡ ਆਫ ਕੰਡਕਟ ਲੱਗੇਗਾ। ਕੋਈ ਫੈਸਲਾ ਸਿੱਧੇ ਤੌਰ ਤੇ ਦਲਿਤਾਂ ਨੂੰ ਫਾਇਦਾ ਨਹੀਂ ਦੇ ਪਾਏਗਾ। ਇਸੇ ਲਈ ਚਰਚਾ ਇਹ ਪੰਜਾਬ ਦੇ ਵਿੱਚ ਹੋ ਰਹੀ ਹੈ ਕਿ ਚਰਨਜੀਤ ਚੰਨੀ ਦਲਿਤ ਐਮਐਲਏਜ਼ ਦੀ ਆੜ ਦੇ ਵਿੱਚ ਡਿਪਟੀ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ, ਕਿਉਂਕਿ ਚਰਚਾ ਡਾਕਟਰ ਰਾਜਕੁਮਾਰ ਵੇਰਕਾ ਦੇ ਲਈ ਵੀ ਚੱਲ ਰਹੀ ਹੈ ਕਿ ਜਿਸ ਸਮੇਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਜਿੰਦਰ ਕੌਰ ਪੱਠਲ ਦੀ ਖੁੱਲੀ ਜੰਗ ਹੋਇਆ ਕਰਦੀ ਸੀ, ਡਾਕਟਰ ਰਾਜਕੁਮਾਰ ਵੇਰਕਾ ਉਸ ਸਮੇਂ ਰਜਿੰਦਰ ਕੌਰ ਪੱਠਲ ਦੇ ਖਾਸਮ ਖਾਸ ਮੰਨੇ ਜਾਂਦੇ ਸੀ। ਪਰ ਹੁਣ ਸਵਾਲ ਇਸੇ ਲਈ ਦੁਬਾਰਾ ਇਹ ਉੱਠ ਰਿਹਾ ਹੈ ਕਿ ਦਲਿਤਾਂ ਦੇ ਮੁੱਦੇ ਤੇ ਸਿਆਸਤ ਕੌਣ ਕਰ ਰਿਹਾ ਹੈ ਤੇ ਦਲਿਤਾਂ ਦੇ ਬਣਦੇ ਹੱਕ ਕਿਹੜੀ ਪਾਰਟੀ ਨੇ ਜਾਂ ਕਿਹੜੇ ਲੀਡਰ ਨੇ ਉਹਨਾਂ ਨੂੰ ਸਿਆਸਤ ਦੇ ਵਿੱਚ ਨਹੀਂ ਦਿੱਤੇ। ਦਰਅਸਲ ਇੱਕ ਬਹੁਤ ਦਿਲਚਸਪ ਅੰਕੜਾ ਹੈ ਪੰਜਾਬ ਦੀ
ਸਿਆਸਤ ਦੇ ਮੌਜੂਦਾ ਦ੍ਰਿਸ਼ ਨੂੰ ਜਿਹੜਾ ਸਮਝਿਆ ਜਾ ਸਕਦਾ ਹੈ ਕਿ ਵਾਕਿਆ ਹੀ ਦਲਿਤਾਂ ਨੂੰ ਪੰਜਾਬ ਦੀ ਸਿਆਸਤ ਦੇ ਵਿੱਚ ਉਹਨਾਂ ਦਾ ਬਣਦਾ ਸਥਾਨ, ਪੋਲੀਟੀਕਲ ਰਿਪਰੈਜ਼ੈਂਟੇਸ਼ਨ, ਸਿਆਸੀ ਨੁਮਾਇੰਦਗੀ ਦਿੱਤੀ ਗਈ ਜਾਂ ਨਹੀਂ। ਪੰਜਾਬ ਦੇ ਵਿੱਚ ਆਬਾਦੀ ਦੇ ਹਿਸਾਬ ਦੇ ਨਾਲ ਦਲਿਤਾਂ ਦੀ ਗਿਣਤੀ ਸਭ ਤੋਂ ਵੱਧ ਹੈ। ਉਸ ਤੋਂ ਬਾਅਦ ਜਰਨਲ ਵਰਗ ਦੀ ਆਬਾਦੀ ਇਸ ਸਮੇਂ ਪੰਜਾਬ ਦੇ ਵਿੱਚ 36.8% ਹੈ, ਜਿਸ ਦੇ ਵਿੱਚ ਜੱਟ ਸਿੱਖ ਭਾਈਚਾਰਾ ਵੀ ਆਉਂਦਾ ਹੈ ਔਰ ਜੱਟ ਸਿੱਖ ਆਬਾਦੀ ਇਸ ਸਮੇਂ ਪੰਜਾਬ ਦੇ ਵਿੱਚ 20% ਹੈ, ਜਿਨ੍ਹਾਂ ਦੇ ਵਿੱਚੋਂ 20% ਆਬਾਦੀ ਦੇ ਵਿੱਚੋਂ ਇਸ ਸਮੇਂ ਜੱਟ ਸਿੱਖ ਭਾਈਚਾਰੇ ਦੇ 32 MLA ਚੁਣੇ ਗਏ ਨੇ। 20% ਆਬਾਦੀ, 32 MLA ਤੇ ਸਰਕਾਰ ਦੇ ਵਿੱਚ ਜੱਟ ਸਿੱਖ ਮੰਤਰੀਆਂ ਦੀ ਗਿਣਤੀ 7 ਬਣਦੀ ਹੈ। ਹਾਲਾਂਕਿ ਪਹਿਲਾਂ 8 ਮੰਤਰੀ ਸੀਗੇ, ਨਵਜੋਤ ਸਿੰਘ ਸਿੱਧੂ ਦੇ ਜਾਣ ਤੋਂ ਬਾਅਦ ਮੰਤਰੀ 7 ਰਹਿ ਗਏ। 20% ਆਬਾਦੀ, 32 MLA ਤੇ 7 ਮੰਤਰੀ। ਹਾਲਾਂਕਿ ਇਹਨਾਂ ਦੇ ਵਿੱਚ ਜਰਨਲ ਵਰਗ ਦੇ ਵਿੱਚ ਹੀ ਹਿੰਦੂ ਭਾਈਚਾਰਾ ਵੀ ਆਉਂਦਾ ਹੈ, ਜਿਨ੍ਹਾਂ ਦੀ ਆਬਾਦੀ ਪੰਜਾਬ ਦੇ ਵਿੱਚ 12% ਹੈ। 12% ਆਬਾਦੀ ਦੇ ਨਾਲ 13 MLA ਕਾਂਗਰਸ ਦੇ ਇਸ ਸਮੇਂ ਪੰਜਾਬ ਦੇ ਵਿੱਚ ਨੇ ਤੇ 5 ਮੰਤਰੀ। 12% ਆਬਾਦੀ, 13 MLA ਤੇ 5 ਮੰਤਰੀ, ਉਹਨਾਂ ਦੇ ਨਾਲ ਇੱਕ ਸਪੀਕਰ ਪੰਜਾਬ ਵਿਧਾਨ ਸਭਾ ਦੇ ਰਾਣਾ KP ਸਿੰਘ। ਅਦਰਸ ਕੈਟਾਗਰੀ ਜਿਹੜੀ ਜਰਨਲ ਦੇ ਵਿੱਚ ਹੀ ਫਾਲ ਕਰਦੀ ਹੈ, ਉਹਦੇ ਵਿੱਚ 3.8% ਆਬਾਦੀ ਹੈ, ਜਿਨ੍ਹਾਂ ਦੇ ਵਿੱਚੋਂ 2 ਮੰਤਰੀ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਨੇ, ਰਜ਼ੀਆ ਸੁਲਤਾਨਾ ਤੇ ਰਾਣਾ ਸੋਢੀ। ਇਹ ਹੈ ਜਰਨਲ ਵਰਗ ਦੀ ਆਬਾਦੀ ਜੋ 36.8% ਬਣਦੀ ਹੈ ਤੇ ਉਹਨਾਂ ਦੇ MLA ਤੇ ਮੰਤਰੀਆਂ ਦੀ ਅੰਕੜਾ। ਪਰ ਉਸ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਵਰਗ ਹੈ ਪੰਜਾਬ ਦੇ ਵਿੱਚ ਉਹ ਹੈ SC ਭਾਈਚਾਰਾ, ਦਲਿਤ ਭਾਈਚਾਰਾ, ਜਿਨ੍ਹਾਂ ਦੀ ਪੰਜਾਬ ਦੇ ਵਿੱਚ ਆਬਾਦੀ ਇਸ ਸਮੇਂ 32.2% ਹੈ। 32.2% ਆਬਾਦੀ ਹੈ ਤੇ MLA ਨੇ ਜਿਹੜੇ ਪੰਜਾਬ ਦੇ ਵਿੱਚ ਕਾਂਗਰਸ ਦੇ ਉਹ ਨੇ 23 MLA। 32% ਆਬਾਦੀ ਤੇ 23 MLA, ਜਦਕਿ ਜੱਟ ਭਾਈਚਾਰੇ ਦੇ ਨਾਲ ਇਸ ਨੂੰ ਕੰਪੇਅਰ ਕੀਤਾ ਜਾਵੇ ਤਾਂ 32 MLA ਤੇ 20% ਆਬਾਦੀ, ਯਾਨੀ SCs ਦੇ ਸਮੇਂ ਆ ਕੇ ਇਹ ਆંકੜਾ ਜੋ ਹੈ ਉਹ ਉਲਟ ਹੋ ਜਾਂਦਾ ਹੈ। 32% ਆਬਾਦੀ, 23 MLA ਤੇ 3 ਮੰਤਰੀ। 3 ਮੰਤਰੀ ਕੌਣ ਨੇ? ਚਰਨਜੀਤ ਸਿੰਘ ਚੰਨੀ, ਅਰੁਣਾ ਚੌਧਰੀ ਤੇ ਸਾਧੂ ਸਿੰਘ ਧਰਮਸੋਤ। ਹਾਲਾਂਕਿ ਡਾਕਟਰ ਰਾਜਕੁਮਾਰ ਵੇਰਕਾ ਨੂੰ ਕੈਬਨਿਟ ਰੈਂਕ ਦਿੱਤਾ ਗਿਆ ਹੈ, ਪਰ ਉਹ ਫੁੱਲ ਫਲੈਜ ਮੰਤਰੀ ਨਹੀਂ ਹੈਗੇ, ਉਹਨਾਂ ਨੂੰ ਕੈਬਨਿਟ ਰੈਂਕ ਦਿੱਤਾ ਗਿਆ ਜੋ ਉਹਨਾਂ ਨੇ ਆਪਣੀ ਕਾਰ ਦੇ ਉੱਤੇ ਵੀ ਲਿਖਾਇਆ ਹੈ। ਔਰ ਇਸ ਤੋਂ ਇਲਾਵਾ ਜਿਹੜਾ ਤੀਸਰਾ ਵੱਡਾ ਵਰਗ ਆਉਂਦਾ ਹੈ ਉਹ ਹੈ ਬੈਕਵਰਡ ਕਲਾਸਿਸ ਭਾਈਚਾਰਾ ਪੰਜਾਬ ਦੇ ਵਿੱਚ, BC ਭਾਈਚਾਰਾ, ਜਿਨ੍ਹਾਂ ਦੀ ਆਬਾਦੀ ਇਸ ਸਮੇਂ ਪੰਜਾਬ ਦੇ ਵਿੱਚ 31% ਹੈ ਔਰ ਇਹੀ ਵਰਗ ਸਭ ਤੋਂ ਜ਼ਿਆਦਾ ਨਾਰਾਜ਼ ਹੈ ਪੰਜਾਬ ਦੇ ਵਿੱਚ। 31% ਆਬਾਦੀ ਹੈ ਤੇ ਬੈਕਵਰਡ ਕਲਾਸ ਭਾਈਚਾਰੇ ਤੋਂ 10 MLA ਚੁਣ ਕੇ ਆਏ ਨੇ। 31% ਆਬਾਦੀ, 10 MLA ਤੇ ਮੰਤਰੀ ਮੰਡਲ ਦੇ ਵਿੱਚ ਸਥਾਨ 0। ਬੈਕਵਰਡ ਕਲਾਸ ਦੇ ਵਿੱਚੋਂ ਕੋਈ ਇੱਕ ਵਿਅਕਤੀ ਵੀ ਪੰਜਾਬ ਕੈਬਨਿਟ ਦੇ ਵਿੱਚ ਸ਼ਾਮਿਲ ਨਹੀਂ ਹੈਗਾ ਔਰ ਇਸੇ ਕਰਕੇ ਇਸੇ ਭਾਈਚਾਰੇ ਦੀ ਨਾਰਾਜ਼ਗੀ ਸਭ ਤੋਂ ਵੱਧ ਹੈਗੀ ਹੈ। ਔਰ ਸਵਾਲ ਜਦੋਂ ਇਹ ਉੱਠਦਾ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਗਿਣਤੀ ਦੇ ਹੋਣ ਦੇ ਬਾਵਜੂਦ ਵੀ SC ਔਰ BC ਭਾਈਚਾਰਾ ਪੰਜਾਬ ਦੀ ਸਿਆਸਤ ਤੇ ਹਾਵੀ ਕਿਉਂ ਨਹੀਂ ਹੋ ਪਾਉਂਦਾ, ਉਸ ਦਾ ਵੀ ਇੱਕ ਵੱਡਾ ਕਾਰਨ ਇਹੀ ਹੈ ਕਿ ਦਲਿਤ ਭਾਈਚਾਰਾ ਆਪਸੀ ਵਖਰੇਵੇਂ ਜਾਂ ਆਪਸੀ ਫੁੱਟ ਇੰਨੀ ਜ਼ਿਆਦਾ ਹੈ ਕੋਈ ਇੱਕ ਸਾਂਝੇ ਪਲੇਟਫਾਰਮ ਤੇ ਕਦੇ ਆ ਹੀ ਨਹੀਂ ਪਾਏ। ਇਸ ਦਲਿਤ ਭਾਈਚਾਰੇ ਦੇ ਵਿੱਚ ਮੁੱਖ ਤੌਰ ਤੇ ਜਿਹੜੇ ਵੱਡੇ ਵਰਗ ਆਉਂਦੇ ਨੇ ਉਹ ਨੇ ਆਧਰਮੀ ਤੇ ਰਵਿਦਾਸੀ ਭਾਈਚਾਰਾ ਤੇ ਵਾਲਮੀਕੀ ਭਾਈਚਾਰਾ ਤੇ ਮਜ਼ਬੀ ਜਿਹੜੇ ਸਿੰਘ ਭਾਈਚਾਰੇ ਨੇ। ਪਰ ਸਿਆਸੀ ਤੌਰ ਤੇ ਸਮਾਜਿਕ ਤੌਰ ਤੇ ਇਹਨਾਂ ਸਾਰੇ ਭਾਈਚਾਰੇ ਦੇ ਵਿੱਚ ਆਪਸ ਦੇ ਵਿੱਚ ਇੰਨੇ ਜ਼ਿਆਦਾ ਡਿਫਰੈਂਸਿਸ ਜਾਂ ਆਪਸੀ ਵਿਵਾਦ ਇੰਨੇ ਜ਼ਿਆਦਾ ਨੇ, ਜਾਤੀਗਤ ਵਿਵਾਦ ਵੀ ਨੇ, ਜਿਹਦੇ ਕਰਕੇ ਇਹ ਕਦੀ ਵੀ ਕਿਸੇ ਪੋਲੀਟੀਕਲ ਪਾਰਟੀ ਦੇ ਲਈ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੋ ਪਾਏ। ਹਾਲਾਂਕਿ ਇਸ ਪੰਜਾਬ ਦੇ ਇਤਿਹਾਸ ਦੇ ਵਿੱਚ ਸਿਰਫ ਇੱਕ ਦੌਰ ਅਜਿਹਾ ਆਇਆ ਜਦੋਂ ਪੰਜਾਬ ਕਾਂਗਰਸ ਨੇ ਹੀ ਸਭ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਦੇ ਵਿੱਚ ਅਜਿਹੀ ਸੋਸ਼ਲ ਇੰਜੀਨੀਅਰਿੰਗ ਕੀਤੀ ਜਿਨ੍ਹਾਂ ਨੇ SC ਤੇ BC ਭਾਈਚਾਰੇ ਨੂੰ, ਯਾਨੀ ਪੰਜਾਬ ਦੇ ਕਰੀਬਨ 63% ਵੋਟਰ ਨੂੰ ਇਕੱਠਾ ਕੀਤਾ। ਉਹ ਸਮਾਂ ਸੀ 1972 ਤੋਂ 1977 ਤੱਕ ਦਾ, ਜਦੋਂ ਗਿਆਨੀ ਜੈਲ ਸਿੰਘ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣੇ। ਗਿਆਨੀ ਜੈਲ ਸਿੰਘ ਪੰਜਾਬ ਦੇ ਆਖਰੀ ਮੁੱਖ ਮੰਤਰੀ ਸੀਗੇ 1972 ਦੇ ਵਿੱਚ, ਜਿਹੜੇ SC ਭਾਈਚਾਰੇ ਤੋਂ ਆ ਕੇ ਬਣੇ। ਉਸ ਤੋਂ ਬਾਅਦ ਅਜੇ ਤੱਕ ਕਦੇ ਵੀ ਦਲਿਤ ਭਾਈਚਾਰੇ ਤੋਂ ਕੋਈ ਮੁੱਖ ਮੰਤਰੀ ਨਹੀਂ ਬਣ ਸਕਿਆ, ਨਾ ਹੀ ਕੋਈ ਉਪ ਮੁੱਖ ਮੰਤਰੀ ਬਣ ਸਕਿਆ, ਕਿਉਂਕਿ ਆਪਸੀ ਵਖਰੇਵਾਂ ਬਹੁਤ ਜ਼ਿਆਦਾ ਸੀਗਾ। ਸੱਤਾ ਕਾਂਗਰਸ ਦੇ ਕੋਲ ਰਹੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਰਹੀ। ਦਲਿਤਾਂ ਦੇ ਉਧਾਰ ਦੇ ਸਿਰਫ ਦਾਅਵੇ ਹੋਏ, ਪਰ ਪੋਲੀਟੀਕਲ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਉਹ ਦਲਿਤਾਂ ਨੂੰ ਨਹੀਂ ਦਿੱਤੀ ਗਈ। ਸਿਰਫ 1972 ਤੋਂ 1977 ਤੱਕ ਇੱਕ ਵਾਰ ਹੀ ਕਾਂਗਰਸ ਨੇ ਐਕਸਪੈਰੀਮੈਂਟ ਕੀਤਾ
ਐਸਸੀ ਤੇ ਬੀਸੀ ਵਰਗ ਨੂੰ ਇਕੱਠਾ ਕਰਨ ਦਾ, ਜਿਸ ਨੇ ਇੱਕ ਵੱਡੀ ਸ਼ਕਤੀ ਬਣਾਈ ਤੇ ਪੰਜਾਬ ਨੂੰ ਜੈਲ ਸਿੰਘ ਦੇ ਗਿਆਨੀ ਜੈਲ ਸਿੰਘ ਦੇ ਰੂਪ ਵਿੱਚ ਦਲਿਤ ਮੁੱਖ ਮੰਤਰੀ ਮਿਲਿਆ। ਉਸ ਤੋਂ ਬਾਅਦ ਜਿਹੜੇ ਦੂਸਰੇ ਵੱਡੇ ਦਲਿਤ ਲੀਡਰ ਬਣਾਏ ਬੀਸੀ ਵਰਗ ਤੋਂ, ਉਹ ਸੀਗੇ ਬੂਟਾ ਸਿੰਘ। ਜਿਸ ਸਮੇਂ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਬਣੇ ਤੇ ਬੂਟਾ ਸਿੰਘ ਨੂੰ ਜਿਹੜੇ ਬੀਸੀ ਭਾਈਚਾਰੇ ਤੋਂ ਆਉਂਦੇ ਸੀਗੇ ਕਾਂਗਰਸ ਦਿੱਲੀ ਲੈ ਕੇ ਗਈ, ਉਹਨਾਂ ਨੂੰ ਆਲ ਇੰਡੀਆ ਜੋ ਐਸਸੀ ਸੈੱਲ ਹੈਗਾ ਕਾਂਗਰਸ ਦਾ, ਉਸ ਦਾ ਕਨਵੀਨਰ ਬਣਾਇਆ। ਪਰ ਹੁਣ ਜਿਹੜੀਆਂ ਮੀਟਿੰਗਾਂ ਦਲਿਤ ਲੀਡਰਾਂ ਨੇ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ, ਉਸ ਨੂੰ ਲੈ ਕੇ ਸਵਾਲ ਇਹ ਵੀ ਉੱਠ ਰਹੇ ਨੇ ਕਿ ਹੁਣ ਇਸ ਸਮੇਂ ਇਹ ਮੀਟਿੰਗਾਂ ਕਿਉਂ ਕੀਤੀਆਂ ਜਾ ਰਹੀਆਂ ਨੇ। ਮੰਨਿਆ ਜਾਂਦਾ ਹੈ ਕਿ ਜਦੋਂ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕੀਤਾ ਕਿ 2017 ਦੀ ਚੋਣ ਉਹਨਾਂ ਦੀ ਆਖਰੀ ਚੋਣ ਹੈ, ਉਸ ਤੋਂ ਬਾਅਦ ਉਹ ਇਲੈਕਸ਼ਨ ਨਹੀਂ ਲੜਨਗੇ, ਤੇ ਪਾਰਟੀ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੇ ਵਿੱਚ ਜਿੰਨੇ ਦੂਸਰੀ ਕਤਾਰ ਦੇ ਲੀਡਰ ਸੀਗੇ ਉਹਨਾਂ ਨੂੰ 2022 ਦੀ ਤਿਆਰੀ ਕਰਵਾਉਣੀ ਸ਼ੁਰੂ ਕਰ ਦਿੱਤੀ ਕਿ ਉਹਨਾਂ ਦਾ ਨੰਬਰ 2022 ਦੇ ਵਿੱਚ ਆਏਗਾ, ਜਿਨ੍ਹਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੁੱਲੋ, ਰਜਿੰਦਰ ਕੌਰ ਭੱਠਲ ਤੇ ਰਵਨੀਤ ਸਿੰਘ ਬਿੱਟੂ ਵਰਗੇ ਨਾਮ ਸ਼ਾਮਿਲ ਸੀਗੇ। ਪਰ ਜਦੋਂ ਦੁਬਾਰਾ ਕੈਪਟਨ ਅਮਰਿੰਦਰ ਸਿੰਘ ਨੇ ਕਹਿ ਦਿੱਤਾ ਕਿ ਉਹ 2022 ਦੀ ਚੋਣ ਦੁਬਾਰਾ ਲੜਨਗੇ, ਉਹ ਫਿੱਟ ਨੇ, ਤੇ ਉਸ ਤੋਂ ਗਾਂਹ ਵੱਧ ਕੇ ਜਦੋਂ ਸੁਨੀਲ ਜਾਖੜ ਨੇ ਐਲਾਨ ਕਰ ਦਿੱਤਾ ਕਿ 2022 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੀ ਕਾਂਗਰਸ ਦਾ ਸੀਐਮ ਫੇਸ ਹੋਣਗੇ, ਤਾਂ ਦੂਸਰੀ ਕਤਾਰ ਤੋਂ ਪਹਿਲੀ ਕਤਾਰ ਦੇ ਵਿੱਚ ਆਉਣ ਦੀ ਤਿਆਰੀ ਕਰ ਰਹੇ ਲੀਡਰਾਂ ਨੇ ਆਪਣੇ ਸਾਰੇ ਤੀਰ ਕੈਪਟਨ ਅਮਰਿੰਦਰ ਸਿੰਘ ਵੱਲ ਸਾਧ ਲਏ। ਹਾਲਾਂਕਿ ਚਰਚਾ ਇਹ ਵੀ ਹੈ ਤੇ ਸਥਿਤੀ ਇਸ ਤਰ੍ਹਾਂ ਵੀ ਨਜ਼ਰ ਆ ਰਹੀ ਹੈ ਕਿ ਜਿਹੜੇ ਦੂਸਰੀ ਕਤਾਰ ਦੇ ਲੀਡਰ ਸੀਗੇ ਉਹਨਾਂ ਨੇ ਅਜੇ ਤੱਕ ਇਹ ਫੈਸਲਾ ਨਹੀਂ ਲਿਆ ਕੋਈ ਵੀ ਕਿ 2022 ਦੇ ਵਿੱਚ ਸੀਐਮ ਚਿਹਰਾ ਕਿਹੜਾ ਹੋ ਸਕਦਾ ਜਾਂ ਕਿਹੜਾ ਲੀਡ ਕਰੇਗਾ। ਪਰ ਇਹਨਾਂ ਜ਼ਰੂਰ ਹੈ ਕਿ ਇੰਨੀ ਸਹਿਮਤੀ ਜ਼ਰੂਰ ਬਣੀ ਹੈ ਕਿ ਪਹਿਲਾਂ ਰਲ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਰਨਰ ਕਰੋ, ਉਸ ਤੋਂ ਬਾਅਦ ਆਪਣਾ ਫੈਸਲਾ ਸੀ ਬਾਅਦ ਦੇ ਵਿੱਚ ਕਰਾਂਗੇ। ਇਸ ਸਾਰੇ ਵਿਵਾਦ ਦੇ ਵਿੱਚ ਇੱਕ ਨਾਮ ਜਿਹੜਾ ਬਹੁਤ ਅਹਿਮ ਹੈ ਤੇ ਬਹੁਤ ਸਮੇਂ ਤੋਂ ਗਾਇਬ ਹੈ, ਉਹ ਹੈ ਪੰਜਾਬ ਦੇ ਪਿਛਲੇ ਸਾਲ ਇੰਚਾਰਜ ਬਣੇ ਹਰੀਸ਼ ਰਾਵਤ ਦਾ। ਉੱਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਪਿਛਲੇ ਸਾਲ ਪੰਜਾਬ ਕਾਂਗਰਸ ਦਾ ਇੰਚਾਰਜ ਬਣਾਇਆ ਗਿਆ ਸੀਗਾ। ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਆ ਕੇ ਨਵਜੋਤ ਸਿੱਧੂ ਦੇ ਘਰ ਵੀ ਗਏ, ਕੈਪਟਨ ਅਮਰਿੰਦਰ ਸਿੰਘ ਦੇ ਘਰ ਵੀ ਗਏ, ਦੋਨਾਂ ਦੇ ਨਾਲ ਮੀਟਿੰਗਾਂ ਕੀਤੀਆਂ, ਐਮਐਲਏਜ਼ ਦੇ ਨਾਲ ਮੀਟਿੰਗਾਂ ਕੀਤੀਆਂ ਤੇ ਕਾਂਗਰਸ ਦੀ ਅੰਦਰਲੀ ਫੁੱਟ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਪਰ ਹੁਣ ਜਦੋਂ ਫੁੱਟ ਬਹੁਤ ਜ਼ਿਆਦਾ ਵੱਧ ਗਈ ਤੇ ਹਰੀਸ਼ ਰਾਵਤ ਵੀ ਕਾਫੀ ਸਮੇਂ ਤੋਂ ਇਸ ਸਾਰੇ ਵਿਵਾਦ ਤੋਂ ਦੂਰ ਨੇ, ਪੰਜਾਬ ਵੱਲ ਉਹਨਾਂ ਨੇ ਮੂੰਹ ਨਹੀਂ ਕੀਤਾ, ਜਿਸ ਦੇ ਕਰਕੇ ਸੱਤਾ ਦੇ ਗਲਿਆਰਿਆਂ ਦੇ ਵਿੱਚ ਚਰਚਾ ਇਹ ਵੀ ਚੱਲਦੀ ਹੈ ਕਿ ਹਰੀਸ਼ ਰਾਵਤ ਨੇ ਜਿਹੜੀ ਪੰਜਾਬ ਤੋਂ ਦੂਰੀ ਬਣਾਈ, ਉਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਇਸ ਸਾਰੇ ਵਿਵਾਦ ਦੀ ਸਕ੍ਰਿਪਟ ਪਾਰਟੀ ਹਾਈ ਕਮਾਂਡ ਨੇ ਤੇ ਨਹੀਂ ਲਿਖੀ, ਕਿਉਂਕਿ ਕਾਂਗਰਸ ਦੇ ਵਿੱਚ ਇਹ ਵੀ ਇੱਕ ਕਲਚਰ ਰਿਹਾ ਕਿ ਕਾਂਗਰਸ ਨੇ ਹਮੇਸ਼ਾ ਸੂਬਿਆਂ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਧੜੇ ਬਣਾ ਕੇ ਰੱਖੇ ਨੇ ਤਾਂ ਕਿ ਜਿਹੜੀ ਪਾਵਰ ਹੈ ਉਹ ਸੈਂਟਰਲਾਈਜ਼ ਰਵੇ, ਡੀਸੈਂਟਰਲਾਈਜ਼ ਨਾ ਹੋ ਸਕੇ। ਪਰ ਸਵਾਲ ਇਹ ਹੈ ਕਿ ਕਾਂਗਰਸ ਹਾਈ ਕਮਾਂਡ ਇਲੈਕਸ਼ਨ ਤੋਂ ਪਹਿਲਾਂ ਕੀ ਇੰਨੀ ਫੁੱਟ ਅਫੋਰਡ ਕਰਦੀ ਹੈ? ਇਹ ਚੋਣਾਂ ਦੇ ਵਿੱਚ ਇਸ ਦਾ ਨੁਕਸਾਨ 2022 ਦੀਆਂ ਚੋਣਾਂ ਦੇ ਵਿੱਚ ਕੀ ਇਸ ਦਾ ਨੁਕਸਾਨ ਕਾਂਗਰਸ ਨੂੰ ਹੋ ਸਕਦਾ ਹੈ? ਕਿਉਂਕਿ ਇੱਕ ਦਿਨ ਪਹਿਲਾਂ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਆਪਣੀ ਪਾਰਟੀ ਦੇ ਟੌਪ 5 ਲੀਡਰਾਂ ਦੀ ਇੱਕ ਕਮੇਟੀ ਬਣਾਈ ਹੈ ਜੋ ਇਹ ਸਮੀਖਿਆ ਕਰੇਗੀ ਕਿ ਹਾਲ ਹੀ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ 4 ਸੂਬੇ ਤੇ 1 ਯੂਟੀ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਕਾਂਗਰਸ ਨੂੰ ਇੰਨੀ ਬੁਰੀ ਤਰ੍ਹਾਂ ਹਾਰ ਮਿਲੀ ਹੈ, ਉਸ ਦੇ ਕੀ ਕਾਰਨ ਹੈ। ਕਿਉਂਕਿ ਉਹਨਾਂ ਸੂਬਿਆਂ ਤੋਂ ਬਾਅਦ ਪੰਜਾਬ ਅਜਿਹੀ ਇੱਕੋ ਇੱਕ ਸਟੇਟ ਬਚਦੀ ਹੈ ਜਿੱਥੇ ਕਾਂਗਰਸ ਜਿਹੜੀ ਹੈ ਉਹ ਮਜ਼ਬੂਤ ਸਥਿਤੀ ਦੇ ਵਿੱਚ ਹੈ ਤੇ ਪਰ ਹੁਣ ਉੱਥੇ ਅੰਦਰੂਨੀ ਫੁੱਟ ਜਿਹੜੀ ਹੈ ਉਹ ਆਪਣੀ ਸ਼ਿਖਰ ਛੂ ਰਹੀ ਹੈ। ਪਰ ਇਸ ਸਭ ਦੇ ਵਿੱਚ ਜਿਹੜੇ ਕਾਂਗਰਸ ਦਾ ਇੱਕ ਬਾਗੀ ਵਿਧਾਇਕਾਂ ਦਾ ਧੜਾ ਕਿਹਾ ਜਾ ਰਿਹਾ ਹੈ, ਉਸ ਦੇ ਵਿੱਚੋਂ ਆਫ ਰਿਕਾਰਡ ਖਬਰਾਂ ਇਹ ਵੀ ਨਿਕਲ ਰਹੀਆਂ ਨੇ ਕਿ ਇਹ ਬਾਗੀ ਵਿਧਾਇਕ ਆਪਣੀ ਗਿਣਤੀ 40 ਦੱਸ ਰਹੇ ਨੇ। ਦਰਅਸਲ ਇਹ ਗਿਣਤੀ ਵਾਕਿਆ ਹੀ 40 ਹੈ ਜਾਂ 40 ਦਾ ਆંકੜਾ ਦੱਸ ਕੇ ਕੈਪਟਨ ਅਮਰਿੰਦਰ ਸਿੰਘ ਤੇ ਇੱਕ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ, ਕਿਉਂਕਿ ਇਹ ਅਧਿਕਾਰਿਕ ਆંકੜਾ ਨਹੀਂ ਹੈ। ਆਫ ਰਿਕਾਰਡ ਵਿਧਾਇਕ ਦਾਅਵਾ ਕਰ ਰਹੇ ਨੇ ਕਿ ਇਹ ਉਹਨਾਂ ਦੀ ਗਿਣਤੀ 40 ਹੈਗੀ ਹੈ। ਪਰ ਜਦੋਂ ਹੁਣ ਕਾਂਗਰਸ ਹਾਈ ਕਮਾਂਡ ਨੇ ਫੈਸਲਾ ਲੈਣਾ ਹੈ ਤੇ ਉਸ ਨੂੰ ਇਹ ਜ਼ਰੂਰ ਦੇਖਣਾ ਪਏਗਾ, ਸਭ ਤੋਂ ਵੱਧ ਮੁਸੀਬਤ ਕਾਂਗਰਸ ਹਾਈ ਕਮਾਂਡ ਦੇ ਲਈ ਬਣੇਗੀ ਕਿ ਉਹ ਬਾਗੀ ਵਿਧਾਇਕਾਂ ਦੀ ਗੱਲ ਸੁਣੇ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਵਿਧਾਇਕਾਂ ਦੀ ਗੱਲ ਸੁਣੇ, ਕੈਪਟਨ ਅਮਰਿੰਦਰ ਸਿੰਘ ਖੇਮੇ ਦੀ ਗੱਲ ਸੁਣੇ, ਕਿਉਂਕਿ ਵਿਧਾਇਕਾਂ ਦਾ ਇੱਕ ਵੱਡਾ ਸੈਕਸ਼ਨ ਕੈਪਟਨ ਅਮਰਿੰਦਰ ਸਿੰਘ ਦੇ ਮਗਰ ਵੀ ਖੜਾ ਹੈ ਤੇ ਪਾਰਟੀ ਹਾਈ ਕਮਾਂਡ ਇਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਬਹੁਤ ਚੰਗੀ ਸਾਂਝ ਹੈ। ਜੇਕਰ ਕੋਈ ਫੈਸਲਾ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਲਿਆ ਜਾਂਦਾ ਹੈ ਤਾਂ ਕਾਂਗਰਸ ਚੰਗੀ ਤਰ੍ਹਾਂ ਜਾਣਦੀ ਹੈ ਕਿ ਬੀਜੇਪੀ ਕੈਪਟਨ ਅਮਰਿੰਦਰ ਸਿੰਘ ਦੇ ਲਈ ਉਸੇ ਸਮੇਂ
ਰੈੱਡ ਕਾਰਪੈਟ ਵਿਛਾਉਣ ਨੂੰ ਤਿਆਰ ਹੋ ਜਾਏਗੀ। ਇਸ ਲਈ ਕੈਪਟਨ ਅਮਰਿੰਦਰ ਸਿੰਘ ਦੀ ਨਾਰਾਜ਼ਗੀ ਵੀ ਜਿਹੜੀ ਹੈ ਪਾਰਟੀ ਹਾਈ ਕਮਾਂਡ ਫਿਲਹਾਲ ਅਫੋਰਡ ਨਹੀਂ ਕਰਦੀ। ਪਰ ਇਸ ਅੰਦਰੂਨੀ ਫੁੱਟ ਦਾ ਨਤੀਜਾ ਜਾਂ ਇਸ ਅੰਦਰੂਨੀ ਫੁੱਟ ਦਾ ਹੱਲ ਕਾਂਗਰਸ ਹਾਈ ਕਮਾਂਡ ਕਿਸ ਤਰ੍ਹਾਂ ਦੇ ਨਾਲ ਕਰੇਗੀ, ਜਾਂ ਉਹ ਅਜੇ ਹਾਈ ਕਮਾਂਡ ਕਿਸੇ ਫੈਸਲਾ ਕਰਨ ਦੀ ਸਮਰੱਥਾ ਦੇ ਵਿੱਚ ਨਹੀਂ ਹੈ, ਜਾਂ ਵਾਕਿਆ ਹੀ ਇਸ ਦੀ ਸਕ੍ਰਿਪਟ ਜੋ ਹੈ ਉਹ ਦਿੱਲੀ ਦੇ ਵਿੱਚ ਬੈਠ ਕੇ ਲਿਖੀ ਗਈ ਹੈ, ਇਹ ਸਾਰੇ ਰਾਜ ਅਜੇ ਬਰਕਰਾਰ ਨੇ। ਪਰ ਇਹਨਾਂ ਜ਼ਰੂਰ ਹੈ ਕਿ 2022 ਦੀਆਂ ਚੋਣਾਂ ਦੇ ਵਿੱਚ ਦਲਿਤ ਵੋਟਰ ਦੀ, ਐਸਸੀ ਔਰ ਬੀਸੀ ਭਾਈਚਾਰੇ ਦੀ ਵੋਟਰ ਦੀ ਜਿਹੜੀ ਵੋਟ ਹੈ ਉਹ ਬਹੁਤ ਹੀ ਨਿਰਣਾਇਕ ਰਹੇਗੀ, ਕਿਉਂਕਿ ਇਹ ਕਰੀਬਨ 63% ਵੋਟ ਸ਼ੇਅਰ ਬਣਦਾ ਹੈ ਜਿਹੜਾ ਕਿਸੇ ਨੂੰ ਵੀ ਸੀਐਮ ਦੀ ਕੁਰਸੀ ਤੇ ਪਹੁੰਚਾ ਸਕਦਾ ਹੈ ਤੇ ਕਿਸੇ ਨੂੰ ਵੀ ਸੀਐਮ ਦੀ ਕੁਰਸੀ ਤੋਂ ਲਾ ਸਕਦਾ ਹੈ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਬਣੇ ਰਹੋ ਦੈਨਿਕ ਸਵੇਰਾ ਦੇ ਨਾਲ। ਫਿਲਹਾਲ ਦੇ ਲਈ ਧੰਨਵਾਦ।